everyone. I am Assistant Professor Ramanpreet Kaur from GN Girls College Patiala. ਸੋ ਅਸੀਂ ਆਪਣੀ ਲਾਸਟ ਵੀਡੀਓਜ਼ ਦੇ ਵਿੱਚ ਲਿਟਰੇਚਰ ਬਾਰੇ ਕਾਫੀ ਕੁਝ ਡਿਸਕਸ ਕਰ ਚੁੱਕੇ ਹਾਂ। ਸੋ ਅਸੀਂ ਅੱਜ ਦੀ ਆਪਣੀ ਵੀਡੀਓ ਦੇ ਵਿੱਚ ਯੂਨਰਸ ਬਾਰੇ ਗੱਲ ਕਰਾਂਗੇ ਜੋ ਲਿਟਰੇਚਰ ਦੀ ਫੀਲਡ ਦੇ ਵਿੱਚ ਕਾਫੀ ਇੰਪੋਰਟੈਂਟ ਰੋਲ ਪਲੇ ਕਰਦੇ ਨੇ ਕਿ ਲਿਟਰੇਚਰ ਅਗਰ ਇੰਡੀਵਿਜੂਅਲਸ ਦੇ ਸਾਹਮਣੇ ਆਉਂਦਾ ਤਾਂ ਉਹ ਕਿਹੜੇ ਵੇ ਦੇ ਨਾਲ ਆਪਣੇ ਸਾਹਮਣੇ ਆਉਂਦਾ। ਸੋ ਉਹਨਾਂ ਵੇਜ਼ ਨੂੰ ਅਸੀਂ ਯੂਨਰਸ ਕਹਿੰਦੇ ਆ। ਸੋ ਯੂਨਰਸ ਆਫ ਲਿਟਰੇਚਰ ਬਾਰੇ ਅਸੀਂ ਕਾਫੀ ਡਿਟੇਲ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ, ਜਿਵੇਂ ਕਿ the work or story that comes from a writer's imagination as opposed to one based strictly on fact or a true story। ਸੋ ਸਭ ਤੋਂ ਪਹਿਲਾਂ ਅਗਰ ਅਸੀਂ ਯੂਨਰਸ ਦੀ ਗੱਲ ਕਰੀਏ ਤਾਂ ਯੂਨਰਸ ਕੀ ਹੈ, ਲਿਟਰੇਚਰ ਦੀ ਫੀਲਡਸ ਦੇ ਵਿੱਚ ਯੂਨਰਸ ਨੂੰ ਕਿਵੇਂ ਸਮਝਿਆ ਜਾਂਦਾ ਹੈ, ਕੀ ਐਕਚੁਅਲ 'ਚ ਇਹਦਾ ਪਰਸਪੈਕਟਿਵ ਹੈ। ਸੋ ਕਹਿੰਦੇ ਇੱਕ ਵਰਕ ਜਾਂ ਫਿਰ ਇੱਕ ਸਟੋਰੀ ਜੋ ਕਿ ਆਉਂਦੀ ਹੈ ਬਟ ਕਿੱਥੋਂ ਆਉਂਦੀ, ਇੱਕ ਰਾਈਟਰ ਦੀ ਇਮੈਜੀਨੇਸ਼ਨ ਤੋਂ। ਇਮੈਜੀਨੇਸ਼ਨ ਦੇ ਵਿੱਚ ਕੁਝ ਵੀ ਆ ਸਕਦਾ ਹੈ, ਕੁਝ ਅੱਛਾ, ਕੁਝ ਬੁਰਾ, ਕੁਝ ਉਹਦੇ ਅੱਛੇ ਐਕਸਪੀਰੀਅੰਸਿਸ ਆ ਸਕਦੇ ਨੇ, ਕੁਝ ਉਹਦੇ ਵਰਸਟ ਐਕਸਪੀਰੀਅੰਸਿਸ ਆ ਸਕਦੇ ਨੇ ਐਜ਼ ਅਪੋਜ਼ਡ ਟੂ ਵਨ ਬੇਸਡ ਸਟ੍ਰਿਕਟਲੀ ਔਨ ਫੈਕਟ ਔਰ ਅ ਟਰੂ ਸਟੋਰੀ। ਤੇ ਜੋ ਇਮੈਜੀਨੇਸ਼ਨ ਹੁੰਦੀ ਹੈ ਉਹ ਕੀ ਇੱਕ ਟਰੂ ਸਟੋਰੀ ਦੇ ਉੱਤੇ ਜਾਂ ਫਿਰ ਕਿਸੇ ਫੈਕਟ ਦੇ ਉੱਪਰ ਬੇਸਡ ਹੁੰਦੀ ਹੈ। ਸੋ ਉਸ ਸਿਸਟਮ ਨੂੰ ਅਸੀਂ ਕੀ ਕਹਿੰਦੇ ਆ, ਲਿਟਰੇਚਰ, ਉਸਦੇ ਵਰਕਸ ਦੇ ਯੂਨਰਸ ਨੂੰ। In the literal world, अगर literature के word ਦੇ ਰਾਹੀਂ ਦੇਖਿਆ ਜਾਵੇ, a work of fiction can refer to a short story, novella and novel which is the longest form of literature। सो देखो ਹੁਣ ਕਿ ਅਗਰ ਲਿਟਰੇਰੀ ਵਰਡ ਦੇ ਵੇ ਦੇ ਨਾਲ ਦੇਖਿਆ ਜਾਵੇ ਤਾਂ ਜੋ ਵਰਕ ਹੈ ਫਿਕਸ਼ਨ ਦਾ, ਕੋਈ ਵੀ ਵਰਕ ਮਤਲਬ ਕੋਈ ਵੀ ਸਿਸਟਮ ਹੋ ਗਿਆ ਉਹਨੂੰ ਆਪਣੀ ਰਾਈਟਿੰਗ ਦੇਣ ਦਾ, ਇੱਕ ਫਰੇਜ਼ ਦੇਣ ਦਾ। ਸੋ ਜੋ ਫਿਕਸ਼ਨ ਹੋ ਗਿਆ ਉਹ ਕੀ ਕਰਦਾ, ਕਿਸ ਚੀਜ਼ ਨੂੰ ਰੈਫਰ ਕਰਦਾ, ਸ਼ਾਰਟ ਸਟੋਰੀਜ਼ ਦੇ ਵਿੱਚ ਰੈਫਰ ਕਰਦਾ ਹੈ, ਨੋਵੇਲਾ ਦੇ ਵਿੱਚ ਰੈਫਰ ਕਰਦਾ ਤੇ ਨੋਵਲਸ ਦੇ ਵਿੱਚ ਰੈਫਰ ਕਰਦਾ। ਬਟ ਕਿਵੇਂ, ਜਿਵੇਂ ਕਿ ਅਸੀਂ ਦੇਖਿਆ ਜਾਵੇ ਤਾਂ ਲਿਟਰੇਚਰ ਦੀ ਫਾਰਮ ਦੇ ਵਿੱਚ ਕੀ ਹੈ ਕਿ ਇਹ ਲੌਂਗੈਸਟ ਫਾਰਮਸ ਨੇ। ਕਿ ਲੌਂਗੈਸਟ ਫਾਰਮਸ ਕੀ, ਕਿ ਕੁਝ ਐਕਸਪੀਰੀਅੰਸ ਹੋਇਆ ਅਗਰ ਤਾਂ ਉਹ ਕੀ ਕਾਫੀ ਲੈਂਥੀ ਵੇ ਦੇ ਨਾਲ ਹੋਏਗਾ, ਮਤਲਬ ਉਹਨੂੰ ਬਿਗਨਿੰਗ ਤੋਂ ਲੈ ਕੇ ਐਂਡ ਤੱਕ ਤੇ ਉਹਦੇ ਪਲੋਟ ਨੂੰ ਵਿੱਚ ਇੰਕਲੂਡ ਕਰਕੇ ਉਹ ਸਾਰੇ ਸਿਸਟਮ ਨੂੰ ਅਸੀਂ ਕੀ ਆ ਇੱਕ ਪੋਇਟਰੀ ਦੀ ਫਾਰਮ ਦੇ ਵਿੱਚ, ਇੱਕ ਨੋਵਲ ਦੇ ਤੇ ਇੱਕ ਸ਼ਾਰਟ ਸਟੋਰੀ ਦੀ ਫਾਰਮ ਦੇ ਵਿੱਚ ਅਸੀਂ ਪ੍ਰੈਜ਼ੈਂਟ ਕਰ ਸਕਦੇ ਹਾਂ। ਸੋ ਇਹ ਜੋ ਤਿੰਨ ਚੀਜ਼ਾਂ ਨੇ ਇਹ ਵੀ ਕੀ ਨੇ, ਲਿਟਰੇਚਰ ਦੇ ਹੀ ਯੂਨਰਸ ਨੇ ਵਿਚ ਇਜ਼ ਦ ਲੌਂਗੈਸਟ ਫਾਰਮ। ਤੇ ਇਹ ਜੋ ਤਿੰਨ ਫਾਰਮਸ ਨੇ ਇਹ ਕੀ ਨੇ, ਲੌਂਗੈਸਟ ਫਾਰਮਸ ਨੇ ਲਿਟਰੇਚਰ ਦੀ ਫੀਲਡ ਦੇ ਵਿੱਚ। ਓਕੇ, ਸੋ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਐਵਰੀ ਵਰਕ ਆਫ ਫਿਕਸ਼ਨ ਫਾਲਸ ਇਨਟੂ ਅ ਸਬ ਯੂਨਰਸ। ਦੇਖੋ ਜਿਵੇਂ ਹਰ ਇੱਕ ਚੀਜ਼ ਦਾ ਇੱਕ ਅਲੱਗ-ਅਲੱਗ ਪਾਰਟ ਹੁੰਦਾ, ਜਿਵੇਂ ਅਸੀਂ ਟੈਂਸਿਸ ਦੀ ਐਗਜ਼ਾਮਪਲ ਲੈਂਦੇ ਹਾਂ ਕਿ ਜੋ ਟੈਂਸਿਸ ਨੇ ਉਹ ਕੀ ਹੈ, ਤਿੰਨ ਟਾਈਪ ਦੇ ਹੁੰਦੇ ਨੇ, ਪ੍ਰੈਜ਼ੈਂਟ, ਪਾਸਟ ਐਂਡ ਫਿਊਚਰ। ਅਗਰ ਇਹਨਾਂ ਨੂੰ ਥੋੜਾ ਹੋਰ ਡਿਟੇਲ ਦੇ ਵਿੱਚ ਦੇਖਿਆ ਜਾਵੇ ਤਾਂ ਇਹਨਾਂ ਦੇ ਕੁਝ ਸਬ ਪਾਰਟਸ ਵੀ ਹੁੰਦੇ ਨੇ। ਉਦਾਂ ਹੀ ਅਗਰ ਅਸੀਂ ਯੂਨਰਸ ਦੀ ਗੱਲ ਕਰੀਏ ਤਾਂ ਯੂਨਰਸ ਇੱਕ ਡਿਟੇਲ ਕਨਸੈਪਟ ਹੈ। ਅਗਰ ਇਸ ਨੂੰ ਕੁਝ ਹੋਰ ਡਿਟੇਲ ਦੇ ਵਿੱਚ ਦੇਖਿਆ ਜਾਵੇ ਤਾਂ ਇਹਦੇ ਕੁਝ ਸਬ ਪਾਰਟਸ ਵੀ ਨੇ, ਸਬ ਯੂਨਰਸ ਵੀ ਨੇ ਜੋ ਕਿ ਆਪਣੇ ਹਰ ਇੱਕ ਸਿਸਟਮ ਦੇ ਅਕੋਰਡਿੰਗ ਕੁਝ ਵੀ ਆਪਣੇ ਐਲੀਮੈਂਟਸ ਹੋ ਗਏ, ਆਪਣਾ ਸਟਾਈਲ ਹੋ ਗਿਆ, ਉਹਨਾਂ ਦਾ ਟੋਨ ਹੋ ਗਿਆ, ਉਹਨਾਂ ਦੇ ਸਿਸਟਮ ਦੇ ਨਾਲ ਸਟੋਰੀ ਟੈਲਿੰਗ ਡਿਵਾਈਸਿਸ, ਮਤਲਬ ਕਿ ਜੋ ਇਹ ਚੀਜ਼ਾਂ ਹੋ ਗਈਆਂ ਜਿਵੇਂ ਕਿ ਅਸੀਂ ਗੱਲ ਕਰੀਏ ਟੋਨ ਹੋ ਗਿਆ, ਐਲੀਮੈਂਟਸ ਹੋ ਗਏ, ਠੀਕ ਹੈ, ਇਹ ਸਭ ਚੀਜ਼ਾਂ ਦੀ ਹੈਲਪ ਦੇ ਨਾਲ ਕਿ ਇੱਕ ਸਟੋਰੀ ਨਰੇਟ ਕੀਤੀ ਜਾ ਸਕਦੀ ਹੈ। ਸੋ ਇਹਨਾਂ ਸਭ ਸਿਸਟਮ ਨੂੰ ਅਸੀਂ ਕੀ ਕਹਿੰਦੇ ਹਾਂ, ਯੂਨਰਸ ਕਿਹਾ ਜਾਂਦਾ ਹੈ। ਸੋ ਅਸੀਂ ਕੁਝ ਇਹਦੇ ਹੀ ਰਿਗਾਰਡਿੰਗ ਅਸੀਂ ਕੁਝ ਹੋਰ ਚੀਜ਼ਾਂ ਵੀ ਪੜ੍ਹਾਂਗੇ, ਜਿਵੇਂ ਕਿ ਸਭ ਤੋਂ ਪਹਿਲਾਂ ਅਸੀਂ ਯੂਨਰਸ ਦੀ ਗੱਲ ਕਰ ਚੁੱਕੇ ਹਾਂ। ਸੋ ਸਭ ਤੋਂ ਪਹਿਲਾਂ ਦੇਖੋ ਅਸੀਂ ਡਿਟੇਲ ਦੇ ਵਿੱਚ ਪੜ੍ਹ ਲਿਆ ਕਿ ਐਕਚੁਅਲ 'ਚ ਯੂਨਰਸ ਹੁੰਦਾ ਕੀ ਹੈ। ਸੋ ਯੂਨਰਸ ਕਿਵੇਂ ਦੇ ਹੁੰਦੇ ਨੇ, ਹੁਣ ਇਸ ਚੀਜ਼ ਦੇ ਉੱਪਰ ਫੋਕਸ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿਵੇਂ ਕਿ ਹੁਣ ਮੈਂ ਮੇਨ ਲਿਟਰੇਰੀ ਯੂਨਰਸ ਦੀ ਗੱਲ ਕਰਾਂ ਤੇ ਲਿਟਰੇਰੀ ਯੂਨਰਸ ਕਾਫੀ ਤਰ੍ਹਾਂ ਦੇ ਹੁੰਦੇ ਨੇ, ਬਟ ਅਗਰ ਕੁਝ ਮੇਨ ਦੀ ਗੱਲ ਕਰੀ ਜਾਵੇ ਤਾਂ ਮੈਂ ਤੁਹਾਨੂੰ ਮੈਂਸ਼ਨ ਕੀਤੇ ਹੋਏ ਨੇ। ਜਿਵੇਂ ਕਿ ਫਸਟ ਵਨ ਮਿਸਟਰੀ ਕਿਵੇਂ ਹੈ ਇੱਕ ਯੂਨਰ ਲਿਟਰੇਚਰ ਦਾ। ਕੋਈ ਚੀਜ਼ ਹੈ ਉਹਨੂੰ ਅਸੀਂ ਮਤਲਬ ਸਰਚ ਕਰਨਾ ਹੈ, ਉਹਦੇ ਬਾਰੇ ਕੁਝ ਥੋੜਾ ਹੋਰ ਜਾਣਨਾ, ਸੋ ਅੱਗੇ ਹਿਸਟੋਰੀਕਲ ਆਪਾਂ ਨੂੰ ਲੱਗੇਗੀ, ਕਾਫੀ ਉਹਦੇ ਵਿੱਚ ਸਸਪੈਂਸ ਕ੍ਰੀਏਟ ਹੋਏਗਾ। ਸੋ ਉਹ ਸਭ ਸਿਸਟਮ ਕੀ ਹੈ, ਯੂਨਰ ਹੈ ਇੱਕ ਤਰ੍ਹਾਂ ਲਿਟਰੇਚਰ ਦਾ। ਉਸ ਤੋਂ ਬਾਅਦ ਅਸੀਂ ਹੋਰਰ ਦੀ ਗੱਲ ਕਰਦੇ ਹਾਂ, ਕੁਝ ਡਰਾਵਨਾ, ਕੁਝ ਆਪਾਂ ਨੂੰ ਡਰਾਵੇ, ਜੋ ਕੁਝ ਸਕੇਰੀ ਮੂਮੈਂਟਸ ਆਪਾਂ ਦੇ ਲਈ ਕ੍ਰੀਏਟ ਕਰੇ। ਸੋ ਉਸ ਸਿਸਟਮ ਨੂੰ ਅਸੀਂ ਕੀ ਕਹਾਂਗੇ, ਯੂਨਰ ਆਫ ਲਿਟਰੇਚਰ, ਦੈਟ ਇਜ਼ horror। The next one is historical। ਸੋ ਕੁਝ ਇਹਨਾਂ ਦਾ ਫੈਕਟ ਜਾਂ ਫਿਰ ਟਰੂ ਸਟੋਰੀ ਲਿਟਰੇਚਰ ਦੀ ਜੋ ਕਿ ਹਿਸਟਰੀ ਦੇ ਨਾਲ ਰਿਲੇਟ ਕਰਦੀ ਹੋਵੇ। ਸੋ ਉਸ ਸਿਸਟਮ ਨੂੰ ਅਸੀਂ ਕੀ ਕਹਾਂਗੇ, ਹਿਸਟੋਰੀਕਲ ਯੂਨਰ। ਸੋ ਦੈਨ ਉਸ ਤੋਂ ਬਾਅਦ ਰੋਮਾਂਸ, ਜੋ ਰੋਮਾਂਟਿਕ ਵੇਜ਼ ਦੇ ਨਾਲ ਕੀ ਹੈ ਰਿਲੇਟ ਕਰਦਾ ਹੋਵੇ, ਉਹਨੂੰ ਅਸੀਂ ਰੋਮਾਂਟਿਕ ਯੂਨਰ ਕਹਾਂਗੇ। ਫੈਂਟਸੀ, ਮੈਜੀਕਲ, ਰਿਅਲਿਸਟ, ਇੱਦਾਂ ਹੀ ਇਹ ਸਭ ਕੀ ਨੇ, ਇੱਕ ਤਰ੍ਹਾਂ ਲਿਟਰੇਰੀ ਯੂਨਰਸ ਨੇ ਜੋ ਕਿ ਬਹੁਤ ਅੱਛਾ ਰੋਲ ਪਲੇ ਕਰਦੇ ਨੇ ਇਨ ਦ ਫੀਲਡ ਆਫ ਲਿਟਰੇਚਰ। ਅਗਰ ਅਸੀਂ ਕੁਝ ਇਹਨਾਂ ਦੇ ਵਿੱਚੋਂ ਹੀ ਕੁਝ ਹਟ ਕੇ ਅਗਰ ਗੱਲ ਕਰੀਏ, ਮੇਜਰ ਹੁੰਦੀਆਂ ਨੇ ਜੋ, ਜਿਵੇਂ ਕਿ ਅਸੀਂ ਮਾਈਨਰ ਕਰੈਕਟਰਸ
पढ़ते होंगे एंड मेजर करैक्टर्स भी पढ़ते होंगे। सो माइनर की मैं तुहाडे सामने गल कर चुकी हाँ। सो अगर मैं इन्हां दे रिगार्डिंग भी कुछ मेजर्स की गल करा, सो उन्हां विच है प्रोज, पोइट्री एंड ड्रामा। जिवें कि प्रोज हो गया, प्रोज की है एक डिटेल्ड की एक स्टोरी होंदी है जिस दे विच कोई पॉज नहीं हुंदा, कोई उहदी स्टकनेस नहीं हुंदी। सो अगर कंटिन्यूटी दे विच चलदी रहंदी है कि उसदी कोई एक डिफरेंट फाइल नहीं हुंदी, मतलब कि जिवें आपां गल करें कि डिफरेंट पैटर्न होवे, स्ट्रक्चर होवे। सो एक लॉन्ग नैरेटिव हुंदा है जो उसनूं असीं की कहंदे आ, प्रोज कहंदे आ। दैन उस तो बाद पोइट्री जिस दा विच एक पैटर्न हुंदा है, एक रिदम हुंदी, एक राइम स्कीम हुंदी है। सो उन्हां चीज़ां नूं या एक स्टाइल हुंदा है, फॉर्म हुंदी है। सो उस चीज़ नूं असीं की कहंदे आ, पोइट्री। दैन उस तो बाद असीं गल करदे आ ड्रामा। ड्रामा एंड प्ले की ने एक दूजे नाल काफ़ी ज़्यादा रिलेट करदे ने। अगर असीं एक प्ले नूं रीड करिए, अगर उसनूं स्टेज ते परफॉर्म किया जा रहा है परफेक्ट वे दे नाल, सो ये एक ड्रामा बन जाता है। सो असीं उस वर्क नूं प्ले भी कह सकते ते ड्रामा भी कह सकते हैं। सो ये जो तीन मेजर ने जॉनर्स लिटरेचर के बहुत क्रूशियल रोल प्ले करते हैं, क्योंकि ज़्यादातर अगर असीं गल करें ऑथर्स ते पोइट्स के इन्हां फॉर्म्स के विच ही ज़्यादातर सानूं वर्क देखने मिलते हैं। इस तो इलावा अगर असीं गल करिए लिटरेचर इज अ मिरर टू सोसाइटी। सो लिटरेचर की है एक तरह से पढ़ चुके कि लिटरेचर बहुत इंपॉर्टेंट है, बट वो सोसाइटी के लिए किवें इंपॉर्टेंट है, क्योंकि वह लिटरेचर की एक तरह शीशे का काम करता है सोसाइटी के लिए। जिवें कि इहदे बारे थोड़ा डिटेल दे विच पढ़ांगे। इट इज़ अ मिरर टू सोसाइटी एंड रिफ्लेक्ट्स अ रियलिटी ऑफ सोसाइटी। सो कि एक शीशे का काम करता है सोसाइटी के लिए, ते कि ये रियलिटी नूं मिरराइज करता है कि इन्हां दे सामने इंडिविजुअल्स के सामने जो एक रूप दिखाता है कि एक्चुअल सोसाइटी किवें दी हुंदी है। उस तो बाद द ट्रू मीनिंग ऑफ लिटरेचर इज द रिटन वर्ड इन डिफरेंट फॉर एग्जांपल नॉवेल्स, पोएट्री, शॉर्ट स्टोरीज एटसेट्रा। सो देखो अगर असीं गल करिए कि लिटरेचर का असल में सच्चाई वाला एक सच्चा मीनिंग देखा जाए तो उनकी ये एक इदां दे वर्क्स ने जो कि जो अपना लाइफ स्टाइल है वो डिफरेंट फॉर्म्स में साढ़े सामने रिप्रेजेंट करता है। जिवें कि उहदी फॉर्म के विच जिवें नॉवल हो गए, शॉर्ट स्टोरीज हो गए, पोएट्रीज हो गई, प्लेज हो गई। सो ये एक तरह के फॉर्म्स ने जो कि सोसाइटी के साढ़े सामने रिफ्लैक्ट करदियां ने एक शीशे के वांग कि सोसाइटी के विच की कुछ हो रहा है, किवें रेसिज्म हो रहा है, करप्शन हो रही है, किवें पार्शियलिटी की जा रही है सोसाइटी में। सो ये वर्क के द्वारा ही असीं उस चीज़ नूं फेस कर सकते हैं। उस तो बाद इट में also consist of text based in on information as well as imagination। सो कि ये देखो सिर्फ यही मतलब नहीं कि असीं सिर्फ नॉवेल्स की फॉर्म दे विच या फिर प्लेज की फॉर्म दे विच या फिर किसी पोएट्री की फॉर्म दे विच ही पढ़ांगे, एक टैक्स्ट की फॉर्म दे विच भी हो सकता है जो कि असीं न्यूज़पेपर दे विच पढ़ सकते हैं, मैगजीन दे विच पढ़ सकते हैं। सो लिटरेचर दे विच ये चीज़ भी बहुत ज़्यादा इंपॉर्टेंट है। इस तो इलावा अगर असीं गल करिए जो इमेजिनेशन है एक पोएट की या फिर एक ऑथर की इमेजिनेशन है वो की इनफॉर्मेशन प्रोवाइड करती है हर इंडिविजुअल हर बॉडी को। सो उहदे विच की होएगा कि जदों भी इमेजिन करते हैं किसी चीज़ को जो कि एक ट्रूली बेस्ड होंदी है सोसाइटी के उत्ते, सो वो कि एक मिरर का काम करती है सोसाइटी के लिए। अगर तुसीं इस सोसाइटी विच रह रहे हो, तुसीं उहदा एक पार्ट हो, तो तुसीं किवें दी सोसाइटी दे विच रह रहे हो। सो वो चीज़ सानूं की मैंशन करदी है, ये सानूं वर्क लिटरेचर के वर्क्स के सानूं मैंशन करदे ने। सोसाइटी एज अ रोल मॉडल टू राइटर। सो अगर सोसाइटी की गल करें एक पोइट है अपना राइट एक अपना वर्क है जो प्रॉपर वे में लिखदा, बट वो लिए एक चीज़ काफ़ी इंपॉर्टेंट होती है जिस तो इंस्पायर होकर अपने वर्क में लिखना होता है। सो एक राइटर के लिए की है उसकी इमेजिनेशन होगी या फिर सोसाइटी होगी तो इंफॉर्मेशन होगी, ये सब की करदियां ने एक तरह इंस्पायर करदियां ने कुछ लिखण दे लिए। सो असीं इस सब चीज़ नूं पढ़ के रीड करके असीं समझ सकते हैं कि जो लिटरेचर है वो एक मिरर का काम सोसाइटी लिए जरूर करता ही करता है, फॉर श्योर करता है। उस तो बाद अगर असीं नेक्स्ट पार्ट की गल करिए सो असीं लिटरेचर इन टूडेज वर्ल्ड की एक्चुअली लिटरेचर असीं पास्ट टाइम दे विच पढ़ चुके हैं कि बहुत क्रूशियल रोल सीगा, काफ़ी विटल रोल सीगा। उस तो बाद अगर असीं गल करिए कि लिटरेचर उस समय तो लेके हुण समय तक की करता है कि अब तक किवें दा रोल प्ले कर रहा है। सो उसके बारे में थोड़ा पढ़ांगे। जिवें कि लिटरेचर एक्ट्स एज अ फॉर्म ऑफ एक्सप्रैशन फॉर ईच इंडिविजुअल ऑथर। सो सब तो पहले कि लिटरेचर की करता है एक्ट करता है कि इस चीज़ को एक इदां दी फॉर्म नूं जो कि एक्सप्रैशन की होंदा उहदे की विचार ने कि उहदा पर्सपैक्टिव है, आइडियलिस्ट है उसका की चीज़, ठीक है। सो उस चीज़ के रिगार्डिंग भी अपने वर्क्स को तैयार करते हैं तो एक इंस्पिरेशन
ਉਹ ਕ੍ਰੀਏਟ ਕਰਦੀ ਹੈ ਹਰ ਇੱਕ ਆਥਰ ਦੇ ਵਿੱਚ, ਹਰ ਇੱਕ ਇੰਡੀਵਿਜੂਅਲ ਆਥਰ ਦੇ ਵਿੱਚ। Some books mirror society and allow us to better understand the world। So ਸਭ ਤੋਂ ਪਹਿਲਾਂ ਕੀ ਹੈ, ਕੁਝ ਬੁੱਕਸ ਹੋ ਗਈਆਂ, ਕੁਝ ਜਾਂ ਫਿਰ ਹੋਰ ਵਰਕਸ ਹੋ ਗਏ, ਜਿਵੇਂ ਕਿ ਮੈਗਜ਼ੀਨਸ ਹੋ ਗਏ, ਨਿਊਜ਼ਪੇਪਰ ਹੋ ਗਿਆ, ਇੱਦਾਂ ਦੀ ਕੁਝ ਹੋਰ ਵੀ ਚੀਜ਼ਾਂ ਨੇ ਜੋ ਕਿ ਸਾਨੂੰ ਇੰਸਪਾਇਰ ਕਰਦੀਆਂ ਨੇ ਕਿਸ ਚੀਜ਼ ਦੇ ਲਈ, ਕਿ ਅਸੀਂ ਕਿਵੇਂ ਇਸ ਵਰਲਡ ਦੇ ਵਿੱਚ ਰਹਿਣਾ ਹੈ ਤੇ ਉਸ ਚੀਜ਼ ਨੂੰ ਅਸੀਂ ਕਿਵੇਂ ਅੰਡਰਸਟੈਂਡ ਕਰਨਾ ਹੈ, ਕਿਵੇਂ ਉਸ ਚੀਜ਼ ਨੂੰ ਅਸੀਂ ਸਮਝਣਾ ਹੈ। ਸੋ ਸਭ ਚੀਜ਼ਾਂ ਕਿਸ ਚੀਜ਼ ਦੀ ਹੈਲਪ ਦੇ ਨਾਲ ਹੁੰਦੀਆਂ ਨੇ, ਲਿਟਰੇਚਰ ਦੀ ਹੈਲਪ ਦੇ ਨਾਲ ਹੁੰਦੀਆਂ ਨੇ, ਕਿ ਅਸੀਂ ਕਿਵੇਂ ਇਸ ਸਮਾਜ ਦੇ ਵਿੱਚ ਰਹਿ ਸਕਦੇ ਹਾਂ। ਉਸ ਤੋਂ ਬਾਅਦ ਅਗਰ ਅਸੀਂ ਗੱਲ ਕਰੀਏ, ਵੀ ਆਰ ਈਜ਼ੀਲੀ ਕਨੈਕਟਡ ਟੂ ਦ ਸਾਈਕੀ ਆਫ ਆਥਰਸ ਥਰੂ देयर ਸਟੋਰੀਜ਼। ਸੋ ਦੇਖੋ ਇੱਕ ਆਪਣਾ ਆਪਣੇ ਮਾਈਂਡ ਸੈਟ ਦੇ ਨਾਲ, ਇੱਕ ਪੁਆਇੰਟ ਆਫ ਵਿਊ ਦੇ ਨਾਲ ਹਰ ਇੱਕ ਆਥਰ ਪੁਆਇੰਟ ਆਪਣੀ ਇੱਕ ਫਾਰਮ ਨੂੰ ਰਿਪਰੈਜ਼ੈਂਟ ਕਰਦਾ ਸਭ ਦੇ ਸਾਹਮਣੇ। ਸੋ ਕਿਵੇਂ ਸਾਨੂੰ ਹੈਲਪ ਕਰਦੀਆਂ ਨੇ, ਉਹ ਬਹੁਤ ਸਾਨੂੰ ਹੈਲਪ ਕਰਦੇ ਨੇ ਕਿ ਕਿਵੇਂ ਅਸੀਂ ਅੰਡਰਸਟੈਂਡ ਕਰ ਰਹੇ ਹਾਂ ਵਰਲਡ ਨੂੰ, ਤੇ ਉਸ ਤੋਂ ਹੀ ਬਾਅਦ ਅਸੀਂ ਉਸ ਚੀਜ਼ ਨੂੰ ਹੋਰ ਸਮਝ ਸਕਦੇ ਹਾਂ ਕਿ ਅਗਰ ਜੇ ਕਿਸੇ ਆਥਰ ਨੇ ਜਾਂ ਫਿਰ ਪੋਇਟ ਨੇ ਆਪਣਾ ਵਰਕ ਲਿਖਿਆ ਹੈ ਤਾਂ ਉਹ ਕਿਹੜੇ ਮਾਈਂਡ ਸੈਟ ਦੇ ਨਾਲ ਲਿਖਿਆ, ਅਸੀਂ ਉਹਦੀ ਫੀਲਿੰਗਸ ਵੀ ਇਮੋਸ਼ਨਸ ਨੂੰ ਅਸੀਂ ਕਿਵੇਂ ਅੰਡਰਸਟੈਂਡ ਕਰ ਸਕਦੇ ਹਾਂ। ਸੋ ਉਹ ਚੀਜ਼ਾਂ ਵੀ ਸਾਨੂੰ ਕਿਸ ਦੀ ਹੈਲਪ ਨਾਲ ਹੁੰਦੇ, ਲਿਟਰੇਚਰ ਦੀ ਬੁੱਕਸ, ਨੋਵਲਸ, ਸ਼ਾਰਟ ਸਟੋਰੀਜ਼ ਐਂਡ ਪੋਇਟਰੀ ਦੀ ਹੈਲਪ ਦੇ ਨਾਲ। However, literature also illustrated the need to understand modern day issues like human conflict। So literature ਕੀ ਹੈ, ਇਹਨਾਂ ਸਭ ਚੀਜ਼ਾਂ ਦੇ ਹੁੰਦੇ ਹੋਏ ਵੀ ਸਾਨੂੰ ਕੁਝ ਹੋਰ ਚੀਜ਼ਾਂ ਵੀ ਸਿਖਾਉਂਦਾ ਹੈ, ਜਿਵੇਂ ਕਿ ਹਿਊਮਨ ਕੌਨਫਲਿਕਟ ਮਤਲਬ ਜੋ ਇਨਸਾਨਾਂ ਦਾ ਝਗੜਾ ਆਪਸ ਦੇ ਵਿੱਚ, ਉਸ ਚੀਜ਼ ਨੂੰ ਵੀ ਸਾਨੂੰ ਕੀ ਹੈ ਲਿਟਰੇਚਰ ਹੀ ਪ੍ਰੈਜ਼ੈਂਟ ਕਰਦਾ ਕਿ ਕਿਵੇਂ ਅਸੀਂ ਉਹਨਾਂ ਚੀਜ਼ਾਂ ਨੂੰ ਸਮਝ ਸਕਦੇ ਇੱਕ ਸੁਸਾਇਟੀ ਦੇ ਵਿੱਚ ਰਹਿ ਕੇ, ਇੱਕ ਸੁਸਾਇਟੀ ਦੇ ਸ਼ੀਸ਼ੇ ਨੂੰ ਦੇਖ ਕੇ। ਜਿਵੇਂ ਕਿ ਅਸੀਂ ਕਹਿ ਚੁੱਕੇ ਹਾਂ ਕਿ ਲਿਟਰੇਚਰ ਇੱਕ ਮਿਰਰ ਦਾ ਕੰਮ ਕਰਦਾ ਜੋ ਕਿ ਸੁਸਾਇਟੀ ਨੂੰ ਤੇ ਰਿਐਲਿਟੀ ਨੂੰ ਕੀ ਹੈ ਮਿਰਰਾਈਜ਼ ਕਰਦਾ ਹੈ ਐਂਡ ਰਿਫਲੈਕਟ ਕਰਦਾ ਹੈ। ਸੋ ਆਈ ਹੋਪ ਕਿ ਤੁਹਾਨੂੰ ਇਹ ਟੌਪਿਕ ਕਲੀਅਰ ਹੋਇਆ ਹੋਏਗਾ। ਸੋ ਇਦਾਂ ਦੇ ਹੀ ਕੁਝ ਟੌਪਿਕ ਮੈਂ ਤੁਹਾਡੇ ਆਉਣ ਵਾਲੀ ਵੀਡੀਓਜ਼ ਦੇ ਵਿੱਚ ਸ਼ੇਅਰ ਕਰਾਂਗੀ। ਸੋ ਥੈਂਕ ਯੂ ਐਂਡ ਹੈਵ ਅ ਨਾਈਸ ਡੇ।